ਹੈਲੋ ਐਂਡ ਵੈਲਕਮ। ਤੁਸੀਂ ਦੇਖ ਰਹੇ ਹੋ ਦ ਸਟੱਡੀ ਵੀਜ਼ਾ ਸ਼ੋ। ਮੈਂ ਹਾਂ ਤੁਹਾਡੀ ਹੋਸਟ ਸਿਮੀ ਤੇ ਮੇਰੇ ਨਾਲ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੈਨੇਡਾ ਤੋਂ RCICI ਮੈਂਬਰ ਜਸਪ੍ਰੀਤ ਭਾਟੀਆ ਜੀ। ਜਸਪ੍ਰੀਤ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਓਕੇ, ਤੇ ਅੱਜ ਮੈਂ ਚਾਹੁੰਦੀ ਅਸੀਂ ਗੱਲ ਕਰੀਏ PR ਬਾਰੇ, ਬਿਕਾਜ਼ ਇੰਡੀਆ 'ਚ ਲੋਕ ਬਹੁਤ ਜ਼ਿਆਦਾ ਕਨਫਿਊਜ਼ ਨੇ। ਚਾਹੁੰਦੇ ਤਾਂ ਬਹੁਤ ਸਾਰੇ ਲੋਕ ਨੇ ਕਿ ਉਹ PR ਲੈ ਕੇ ਕੈਨੇਡਾ ਅਬਰੋਡ ਸੈਟਲ ਹੋ ਜਾਣ ਔਰ ਆਪਣੀ ਫੈਮਿਲੀ ਨੂੰ ਵੀ ਸੈਟਲ ਕਰ ਲੈਣ, ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਹਦੇ ਲਈ ਕਰਨਾ ਕੀ ਹੈ, ਇਹਦਾ ਪ੍ਰੋਪਰ ਕ੍ਰਾਈਟੇਰੀਆ ਕੀ ਹੈ ਔਰ ਕੀ ਆਪਸ਼ਨਸ ਨੇ ਜਿਨ੍ਹਾਂ ਦੇ ਥਰੂ ਤੁਸੀਂ ਕੈਨੇਡਾ ਦੀ PR ਲੈ ਸਕਦੇ ਹੋ। ਤੇ ਅੱਜ ਜਸਪ੍ਰੀਤ ਜੀ, ਮੈਂ ਚਾਹੁੰਦੀ ਹਾਂ ਅਸੀਂ PR ਬਾਰੇ ਹੀ ਗੱਲ ਕਰੀਏ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਕਿਹੜੇ ਆਪਸ਼ਨਸ ਨੇ ਜਿਨ੍ਹਾਂ ਦੇ ਥਰੂ ਇੰਡੀਆ 'ਚ ਬੈਠੇ ਲੋਕ ਕੈਨੇਡਾ 'ਚ PR ਲੈ ਸਕਦੇ ਨੇ। ਬਿਲਕੁਲ, ਆਪਣੇ ਕੋਲ ਬਹੁਤ ਸਾਰੇ ਆਪਸ਼ਨਸ ਹੈਗੇ ਨੇ ਕੈਨੇਡਾ ਪਹੁੰਚਣ ਦੇ ਥਰੂ PR। ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਪ੍ਰੋਸੈਸ ਆਉਂਦਾ ਹੈ ਅੰਡਰ ਐਕਸਪ੍ਰੈਸ ਐਂਟਰੀ। ਸਭ ਨੂੰ ਪਤਾ ਹੈ, ਮੇਜਰਲੀ ਐਨੀਬਡੀ ਹੂ ਇਜ਼ ਇੰਟਰਸਟਿਡ ਟੂ ਗੋ ਟੂ ਕੈਨੇਡਾ, ਉਹਨਾਂ ਨੂੰ ਇਹ ਜ਼ਰੂਰ ਪਤਾ ਹੈ ਕਿ ਐਕਸਪ੍ਰੈਸ ਐਂਟਰੀ 'ਚ ਸਾਨੂੰ ਪ੍ਰੋਫਾਈਲ ਬਣਾਉਣਾ ਪੈਂਦਾ ਹੈ। ਬਟ ਅਗਰ ਮੈਂ ਇਹਦੀ ਡਿਟੇਲ ਤੁਹਾਨੂੰ ਦੱਸਾਂ ਤਾਂ ਐਜ਼ ਐਨ ਇੰਡੀਅਨ, ਅਗਰ ਸਾਡੇ ਕੋਲ ਫੋਰਨ ਵਰਕ ਐਕਸਪੀਰੀਅੰਸ ਹੈਗਾ ਆਊਟਸਾਈਡ ਕੈਨੇਡਾ, ਅਸੀਂ ਫੈਡਰਲ ਸਕਿੱਲ ਵਰਕਰ ਕੈਟਾਗਰੀ ਦੇ ਵਿੱਚ ਆਪਣੀ ਫਾਈਲ ਲਗਾਉਂਦੇ ਹਾਂ ਤੇ ਉਹਦੇ ਲਈ ਸਾਡਾ 1 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। 1 year continuous experience in NOC OAB with your IELTS score and your WES evaluation। ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਬਹੁਤ ਜ਼ਰੂਰੀ ਹੈ before you're thinking to migrate to Canada or immigrate to Canada। First, as I said, 12 months of continuous work experience under NOC OAB category jobs, मतलब कि मैनेजरियल रोल होने चाहिए या स्पेसिफिक ट्रेड होनी चाहिए, जिमें सॉफ्टवेयर इंजीनियर, इलैक्ट्रिकल इंजीनियर या कोई असिस्टेंट मैनेजर, सुपरवाइजरी रोल्स, ये वाले रोल्स होने चाहिए ने। 1 साल ਕੰਟੀਨਿਊਸ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਟੂ ਬੀ ਐਲੀਜੀਬਲ। ਆਇਲਸ ਸਕੋਰ ਸਾਡੇ ਕੋਲ ਡੈਫੀਨੇਟਲੀ ਰੈਡੀ ਹੋਣਾ ਚਾਹੀਦਾ ਹੈ ਆਫ CLB 7, ਨਥਿੰਗ ਬਿਲੋ ਦਿਸ ਮੇਕਸ ਯੂ ਐਲੀਜੀਬਲ। ਤੀਜੀ ਚੀਜ਼, ਆਪਣੇ ਕੋਲ ਅਗਰ ਤੁਸੀਂ ਪੜ੍ਹਾਈ ਕੀਤੀ ਹੈ, ਇੱਥੇ ਬੈਚਲਰਸ ਕੀਤੀ ਹੈ, ਮਾਸਟਰਸ ਕੀਤੀ ਹੈ, WES ਇਵੈਲੂਏਸ਼ਨ ਮਤਲਬ ਕਿ ਕੈਨੇਡਾ ਦੀ ਇੱਕ ਬੋਡੀ ਹੁੰਦੀ ਹੈ WES, ਉਹ ਤੁਹਾਡੀ ਐਜੂਕੇਸ਼ਨ ਕੈਨੇਡੀਅਨ ਕ੍ਰੈਡੈਂਸ਼ੀਅਲਸ ਦੇ ਹਿਸਾਬ ਨਾਲ ਇਵੈਲੂਏਟ ਕਰਦੀ ਹੈ। ਉਹ ਹੋਣੀ ਬਹੁਤ ਜ਼ਰੂਰੀ ਹੈ ਸਾਡੇ ਕੋਲ ਟੂ ਬੀ ਐਲੀਜੀਬਲ ਟੂ ਅਪਲਾਈ ਅੰਡਰ ਦੀ express entry portal, as I just said, under federal skilled worker category। ਓਕੇ, ਇਹ ਤਾਂ ਗੱਲ ਰਹੀ ਜਸਪ੍ਰੀਤ ਜੀ ਐਲੀਜੀਬਿਲਿਟੀ ਦੀ ਕਿ ਕੀ ਐਲੀਜੀਬਿਲਿਟੀ ਕ੍ਰਾਈਟੇਰੀਆ ਹੈ, ਕੌਣ PR ਵਾਸਤੇ ਅਪਲਾਈ ਕਰ ਸਕਦਾ। ਆਇਲਸ ਆਫ ਕੋਰਸ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟਰ ਮੰਨਿਆ ਜਾਂਦਾ ਹੈ। ਹੁਣ ਪ੍ਰੋਸੈਸ ਦੀ ਅਗਰ ਅਸੀਂ ਗੱਲ ਕਰੀਏ ਤੇ PR ਅਪਲਾਈ ਕਰਨ ਦਾ ਪ੍ਰੋਸੈਸ ਕੀ ਹੈ? ਬਿਲਕੁਲ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਾਂ ਪ੍ਰੋਫਾਈਲ ਕ੍ਰੀਏਟ ਕਰਨਾ ਹੈ। ਬਹੁਤ ਲੋਕਾਂ ਨੂੰ ਸਿਰਫ ਇੰਨਾ ਹੀ ਪਤਾ ਹੈ ਕਿ ਇੱਕ ਪ੍ਰੋਫਾਈਲ ਕ੍ਰੀਏਟ ਕਰਨਾ ਹੈ, ਫੈਡਰਲ ਸਕਿੱਲ ਵਰਕਰ ਕੈਟਾਗਰੀ ਦੇ ਵਿੱਚ ਇੱਕ ਪ੍ਰੋਫਾਈਲ ਕ੍ਰੀਏਟ ਕਰਨਾ ਹੈ। ਮੈਂ ਇਹਦੇ ਉੱਤੇ ਥੋੜ੍ਹਾ ਜਿਹਾ ਇਲੈਬੋਰੇਟ ਕਰਾਂ ਤਾਂ ਜਿਵੇਂ ਆਪਾਂ ਕਾਲਜ 'ਚ ਜਦੋਂ ਐਡਮਿਸ਼ਨ ਲੈਂਦੇ ਹਾਂ, ਅਸੀਂ ਆਪਣੀ 12th ਪਾਸ ਕੀਤੀ, ਅਸੀਂ ਹੁਣ ਕਾਲਜ 'ਚ ਐਡਮਿਸ਼ਨ ਲੈਣੀ ਹੈ। ਹਰ ਕਾਲਜ ਇੱਕ ਆਪਣੀ ਕੱਟ ਆਫ ਕੱਢਦਾ ਹੈ ਉਸ ਐਡਮਿਸ਼ਨ ਲਈ, ਰਾਈਟ। ਫੋਰ ਐਗਜ਼ਾਮਪਲ, ਆਪਾਂ ਕਿਸੇ ਵੀ ਕਾਲਜ ਦਾ XYZ ਨਾਮ ਲਈਏ, ਉਹ 90% ਅਬਵ ਸਟੂਡੈਂਟਸ ਨੂੰ ਆਪਣੇ ਕਾਲਜ 'ਚ ਐਡਮਿਟ ਕਰੇਗਾ। ਉੱਦਾਂ ਹੀ ਕੈਨੇਡਾ ਦੀ ਸੇਮ ਪੋਲਿਸੀ ਹੈ ਇਨ ਲੇਮੈਨਸ ਲੈਂਗੁਏਜ। ਅਗਰ ਮੈਂ ਦੱਸਾਂ, ਕੈਨੇਡਾ ਹਰ 15 ਦਿਨ ਦੇ ਵਿੱਚ ਇੱਕ ਡਰਾ ਕੱਢਦਾ ਹੈ, ਇੱਕ ਕੱਟ ਆਫ ਕੱਢਦਾ ਹੈ ਸਕੋਰ ਦੀ, ਜਿਹੜਾ ਕਰੰਟਲੀ ਚੱਲ ਰਿਹਾ 469। ਅਗਰ ਉਹ 469 ਤੋਂ ਉੱਤੇ ਵਾਲੇ ਸਾਰੇ ਜਿਹੜੇ ਐਪਲੀਕੈਂਟਸ ਹੈ ਉਹਨਾਂ ਨੂੰ ਇਨਵੀਟੇਸ਼ਨ ਭੇਜ ਦਿੱਤੀ ਜਾਏਗੀ, ਜੋ ਕਿ ਕਹਿੰਦੇ ਆ ITA, ਇਨਵੀਟੇਸ਼ਨ ਟੂ ਅਪਲਾਈ। ਉਸ ਤੋਂ ਥੱਲੇ ਜਿਹੜੇ ਵੀ ਹੋਣਗੇ ਲੋਕੀ, ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆਏਗੀ। ਹੈਵਿੰਗ ਸੈਡ ਦੈਟ, ਹੁਣ ਆਪਾਂ ਕਿਵੇਂ ਇਹ ਸਕੋਰ ਕੈਲਕੂਲੇਟ ਕਰੀਏ? ਆਪਾਂ ਕੋਲ ਅਗਰ ਮਾਸਟਰਸ ਡਿਗਰੀ ਹੈਗੀ ਹੈ, ਬੈਚਲਰਸ ਡਿਗਰੀ ਹੈਗੀ ਹੈ, get your degrees evaluated through WES, as I said। ਸੈਕਿੰਡ, ਆਪਣੇ ਆਇਲਸ ਸਕੋਰ ਜਿਹੜਾ ਆਇਲਸ ਜਨਰਲ ਤੁਸੀਂ ਦੇਣਾ ਹੈ, ਉਹਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ, ਆਪਾਂ ਇਮੀਗ੍ਰੇਸ਼ਨ 'ਚ ਕਹਿੰਦੇ ਹਾਂ ਗੋਲਡਨ ਸਕੋਰ ਲਿਆਉਣ ਦੀ, ਵਿਚ ਇਜ਼ 8777, ਮਤਲਬ 8 in listening, 7 in rest। ਆਪਾਂ ਦਾ ਐਕਸਪੀਰੀਅੰਸ ਕੋਸ਼ਿਸ਼ ਕਰੋ 3 ਸਾਲ ਤੋਂ ਜ਼ਿਆਦਾ ਦਾ ਹੋਵੇ। ਐਨੀਥਿੰਗ ਮੋਰ ਦੈਨ 3 years ਤੁਹਾਨੂੰ ਮੈਕਸਿਮਮ ਪੁਆਇੰਟਸ ਹੀ ਮਿਲਦੇ ਆ 3 ਸਾਲ ਦੇ। ਇਫ ਯੂ ਆਰ ਅੰਡਰ 30 ਐਪ ਫੈਂਟੈਸਟਿਕ, ਇਫ ਯੂ ਆਰ ਅਨਮੈਰਿਡ ਅਗੇਨ ਫੈਂਟੈਸਟਿਕ। ਸੋ ਇਹ ਸਾਰੇ ਜਿਹੜੇ ਪੁਆਇੰਟਸ ਹੈ, ਇਹ ਕਿਊਮੂਲੇਟ ਕਰਕੇ ਤੁਹਾਡੇ ਸਕੋਰ ਬਣਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਕੰਪਰੀਹੈਂਸਿਵ ਰੈਂਕਿੰਗ ਸਕੋਰ। ਅਗਰ ਆਪਣਾ ਕੋਈ ਬਲੱਡ ਰਿਲੇਸ਼ਨ ਕੈਨੇਡਾ 'ਚ ਹੈਗਾ, ਉਹਦੇ ਵੀ ਤੁਹਾਨੂੰ ਐਡੀਸ਼ਨਲ ਪੁਆਇੰਟਸ ਮਿਲ ਜਾਂਦੇ ਹੈ। ਅਗਰ ਤੁਸੀਂ ਫ੍ਰੈਂਚ ਕੀਤੀ ਹੈ ਤਾਂ ਤੁਹਾਨੂੰ ਉਹਦੇ ਐਡੀਸ਼ਨਲ 50 ਪੁਆਇੰਟਸ ਮਿਲ ਜਾਂਦੇ ਹੈ। ਤਾਂ ਇਹ ਸਾਰੇ ਜਿਹੜੇ ਹੈਗੇ, ਇਹ ਤੁਹਾਡੇ ਕ੍ਰਾਈਟੇਰੀਆ ਹੈ ਸਕੋਰ ਬਣਾਉਣ ਦਾ। ਬਹੁਤ ਸਾਰੇ ਕੰਸਲਟੈਂਟਸ ਤੁਹਾਨੂੰ ਕਹਿਣਗੇ ਤੁਸੀਂ ਐਲੀਜੀਬਲ ਤਾਂ ਹੈਗੇ ਹੋ, ਤੁਸੀਂ ਫਾਈਲ ਲਾ ਲਓ, ਬਟ ਤੁਹਾਨੂੰ ਕੋਈ ਇਹ ਨਹੀਂ ਦੱਸੇਗਾ ਕਿ ਉਸ ਤੋਂ ਬਾਅਦ ਤੁਹਾਡਾ ਸਕੋਰ ਕਿੰਨਾ ਬੈਠ ਰਿਹਾ ਹੈ। ਆਪਣਾ ਸਕੋਰ ਡੈਫੀਨੇਟਲੀ ਸਾਡੇ ਤੋਂ ਚੈੱਕ ਕਰਵਾਓ। ਯੂ ਕੈਨ ਬੀ ਇਨ ਟੱਚ ਵਿਦ ਅਸ। ਅਸੀਂ ਤੁਹਾਡਾ ਸਕੋਰ ਕੈਲਕੂਲੇਟ ਕਰਕੇ ਤੁਹਾਨੂੰ ਦੱਸਾਂਗੇ ਕਿ ਤੁਹਾਡੀਆਂ ਕਿੰਨੀ ਕੁ ਪੋਸੀਬਿਲਿਟੀ ਹੈਗੀ ਹੈ PR ਆਉਣ ਦੀ ਥਰੂ ਦਿਸ ਵੈਰੀ ਪ੍ਰੋਗਰਾਮ, ਜਿਹੜਾ ਕਿ ਆਪਾਂ ਕਹਿੰਦੇ ਹਾਂ ਐਕਸਪ੍ਰੈਸ ਐਂਟਰੀ ਪੋਰਟਲ।
ਇਸ ਟਾਈਮ ਤੇ ਅਗਰ ਮੈਂ ਕਹਾਂ ਕਿ ਕੀ ਸਿਚੁਏਸ਼ਨ ਚੱਲ ਰਹੀ ਹੈ ਫॉर ਫੈਡਰਲ ਸਕਿੱਲ ਵਰਕਰ ਕੈਟਾਗਰੀ ਡਰਾ ਕਿੱਦਾਂ ਆਉਂਦਾ ਹੈ। ਨਾਰਮਲ ਸਿਚੁਏਸ਼ਨ 'ਚ ਜਦੋਂ ਕੋਵਿਡ ਨਹੀਂ ਸੀ, ਹਰ 15 ਦਿਨ 'ਚ ਇੱਕ ਵਾਰੀ ਡਰਾ ਨਿਕਲਦਾ ਸੀ, ਆਈਦਰ ਥਰਸਡੇ ਔਰ ਫਰਾਈਡੇ। 2 ਦਿਨ ਦੇ ਵਿੱਚ ਇੱਕ ਵਾਰੀ ਡਰਾ, 2 ਹਫ਼ਤੇ 'ਚ ਇੱਕ ਵਾਰੀ ਡਰਾ ਡੈਫੀਨੇਟਲੀ ਆਉਂਦਾ ਹੁੰਦਾ ਸੀ ਤੇ ਲੋਕੀ ਵੇਟ ਕਰਦੇ ਸੀ ਕਿ ਹਾਂ ਅੱਜ ਡਰਾ ਦਾ ਡੇ ਹੈ ਤੇ ਅੱਜ ਕੀ ਕੱਟ ਆਫ ਨਿਕਲੇਗੀ। ਬਟ ਅਨਫੋਰਚੂਨੇਟਲੀ ਜਦੋਂ ਦਾ ਕੋਵਿਡ ਹੋਇਆ ਹੈ ਇਸ ਸਾਲ 2021 'ਚ ਇੱਕ ਵੀ ਡਰਾ ਅਜੇ ਤੱਕ ਫੈਡਰਲ ਸਕਿੱਲ ਵਰਕਰ ਕੈਟਾਗਰੀ ਦਾ ਨਹੀਂ ਨਿਕਲਿਆ। ਇਹਦਾ ਮਤਲਬ ਇਹ ਨਹੀਂ ਹੈ that you have to be disheartened, this is purely happened ਕਿਉਂਕਿ ਬਾਹਰੋਂ ਉਹ ਇਸ ਟਾਈਮ ਤੇ ਕੈਂਡੀਡੇਟਸ ਲਿਆਉਣਾ ਉਹਨਾਂ ਲਈ ਮੁਸ਼ਕਿਲ ਹੈ ਬਿਕੋਜ਼ ਆਫ ਬਾਰਡਰ ਰਿਸਟ੍ਰਿਕਸ਼ਨਸ, ਟਰੈਵਲ ਰਿਸਟ੍ਰਿਕਸ਼ਨਸ, ਕੋਵਿਡ ਦੀ ਸਿਚੁਏਸ਼ਨਸ। ਉਹ ਬਾਹਰ ਵਾਲੇ ਲੋਕਾਂ ਨੂੰ ਫੋਕਸ ਨਹੀਂ ਕਰ ਰਹੇ, ਉਹਨਾਂ ਦਾ ਫੋਕਸ ਇਸ ਟਾਈਮ ਤੇ ਵਿਦਨ ਕੈਨੇਡਾ ਐਪਲੀਕੈਂਟਸ ਤੇ ਹੈਗਾ। ਬਟ ਤੁਹਾਨੂੰ ਡਿਸਅਪੁਆਇੰਟ ਹੋਣ ਦੀ ਬਿਲਕੁਲ ਲੋੜ ਨਹੀਂ ਹੈਗੀ ਬਿਕੋਜ਼ ਕੈਨੇਡਾ ਦਾ ਬਹੁਤ ਵੱਡਾ ਟਾਰਗੇਟ ਹੈ ਇਮੀਗ੍ਰੈਂਟਸ ਨੂੰ ਲਿਆਉਣ ਦਾ, ਜੋ ਕਿ ਹੈ 4 ਲੱਖ ਤੋਂ ਜ਼ਿਆਦਾ ਇਮੀਗ੍ਰੈਂਟਸ ਕੈਨੇਡਾ ਨੂੰ ਇਸ ਟਾਈਮ ਤੇ ਚਾਹੀਦੇ ਨੇ ਹਰ ਸਾਲ। ਤੇ ਉਹ ਸਿਰਫ ਵਿਦਨ ਕੈਨੇਡਾ ਐਪਲੀਕੈਂਟਸ ਤੋਂ ਪੂਰੇ ਨਹੀਂ ਕਰ ਸਕਦਾ। ਉਹਨਾਂ ਨੂੰ ਤੁਹਾਨੂੰ ਬਾਹਰ ਬੈਠੇ ਜਿਹੜੇ ਕੈਨੇਡਾ ਤੋਂ ਲੋਕ ਹੈਗੇ ਆ ਉਹਨਾਂ ਨੂੰ ਫਾਈਲਾਂ ਚੱਕਣੀਆਂ ਹੀ ਪੈਣੀਆਂ ਹੈ। ਤਾਂ ਤੁਸੀਂ ਆਪਣੀ ਫਾਈਲ ਜਲਦ ਤੋਂ ਜਲਦ ਮੇਰੇ ਖਿਆਲ ਨਾਲ ਪ੍ਰਿਪੇਅਰ ਕਰੋ। 6 ਮਹੀਨੇ ਆਲਰੇਡੀ ਨਿਕਲ ਚੁੱਕੇ हैं ਬਾਈ ਦੀ ਐਂਡ ਆਫ ਦ ਈਅਰ। ਆਈ ਥਿੰਕ देयर शुड बी अ ड्रॉ एंड जिवें कैनेडा रोज़ कोई ना कोई ड्रास्टिक न्यूज़ कढ़ रहा है इमीग्रेशन ਨੂੰ ਲੈ ਕੇ, ਕਦੀ ਸਟੂਡੈਂਟਸ ਲਈ, ਕਦੀ ਵਿਦਨ ਕੈਨੇਡਾ ਐਪਲੀਕੈਂਟਸ ਲਈ ਜਿਹੜੇ PR ਲਾ ਰਹੇ ਨੇ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਕੈਨੇਡਾ ਤੋਂ ਬਾਹਰ ਬੈਠੇ ਲੋਕ ਆਪਣੀ PR ਦੀ ਵੇਟ ਕਰ ਰਹੇ हैं ਉਹਨਾਂ ਲਈ ਵੀ ਬਹੁਤ ਜਲਦੀ ਹੀ ਰਸਤਾ ਖੁੱਲਣ ਵਾਲਾ ਹੈ PR ਦਾ। ਬਿਲਕੁਲ, ਮਤਲਬ ਇਹ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ ਕਿ ਕੈਨੇਡਾ ਖੁਦ ਅਕੋਮੋਡੇਟ ਕਰ ਰਿਹਾ ਇਮੀਗ੍ਰੇਸ਼ਨਸ ਨੂੰ, ਔਰ ਜਿਹੜੇ ਵੀ ਲੋਕ ਸੋਚ ਰਹੇ ਨੇ PR ਅਪਲਾਈ ਕਰਨ ਬਾਰੇ, ਦਿਸ ਇਜ਼ ਅ ਗੁੱਡ ਚਾਂਸ। ਤੁਸੀਂ ਆਰਾਮ ਦੇ ਨਾਲ ਆਪਣਾ PR ਪ੍ਰੋਸੈਸ ਕਰ ਸਕਦੇ ਹੋ। ਔਰ ਜੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਸ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਦੇ ਕੰਸਲਟੈਂਟਸ ਦੇ ਨਾਲ ਗੱਲ ਕਰ ਸਕਦੇ ਹੋ। ਤੁਹਾਡੀ ਸਾਰੀ ਕਨਫਿਊਜ਼ਨ ਦੂਰ ਕੀਤੀ ਜਾਏਗੀ ਔਰ ਤੁਹਾਨੂੰ ਪ੍ਰੋਪਰ ਗਾਈਡ ਕੀਤਾ ਜਾਏਗਾ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਕਿ ਤੁਹਾਡੇ ਲਈ ਕੀ ਸੁਟੇਬਲ ਹੈ, ਕਿੱਦਾਂ ਸੁਟੇਬਲ ਔਰ ਕਿੰਨਾ ਟਾਈਮ ਲੱਗੇਗਾ। ਔਰ ਬਲੱਡ ਰਿਲੇਸ਼ਨ ਦੀ ਤੁਸੀਂ ਜਸਪ੍ਰੀਤ ਜੀ ਇੱਥੇ ਗੱਲ ਕੀਤੀ ਸੀਗੀ, ਕਈ ਲੋਕਾਂ ਨੂੰ ਡਿਸਟੈਂਟ ਰਿਲੇਸ਼ਨ ਜਿਹੜਾ ਹੁੰਦਾ ਹੈ ਉਹ ਵੀ ਬਲੱਡ ਰਿਲੇਸ਼ਨ 'ਚ ਕਾਊਂਟ ਕਰ ਲੈਂਦੇ। ਮੈਂ ਚਾਹੁੰਦੀ ਇੱਕ ਵਾਰ ਤੁਸੀਂ ਕਲੈਰੀਫਾਈ ਕਰ ਦਿਓ ਕਿ ਬਲੱਡ ਰਿਲੇਸ਼ਨ ਕਿੰਨਾ ਕੁ ਕਲੋਜ਼ ਰਿਲੇਸ਼ਨ ਨੂੰ ਉੱਥੇ ਜਿਹੜਾ ਹੈ ਜਸਟੀਫਾਈ ਕੀਤਾ ਜਾ ਸਕਦਾ ਹੈ। blood relation अगर मैं गल करा इट इज़ pretty simple, your blood relation means your brother sister, that's about it। इस तो इलावा ਆਪਾਂ ਕੋਈ ਵੀ ਰਿਲੇਸ਼ਨ, ਮੇਰਾ ਫਰਸਟ ਕਜ਼ਨ ਹੋ ਗਿਆ, ਮੇਰੀ ਮਾਸੀ ਹੋ ਗਈ, nothing of that sort counts। ਆਪਾਂ ਨੂੰ ਪੁਆਇੰਟਸ ਬਲੱਡ ਰਿਲੇਸ਼ਨ ਮਤਲਬ ਸਿਸਟਰ ਜਾਂ ਬ੍ਰਦਰ ਦੇ ਹੀ ਮਿਲਣਗੇ ਰੀਅਲ ਤੇ। ਲੇਕਿਨ ਅਗਰ ਮੈਂ ਤੁਹਾਨੂੰ ਹਲਕਾ ਜਿਹਾ ਬਰੀਫ ਦੇਵਾਂ ਰਿਲੇਸ਼ਨਸ ਦੇ ਵਿੱਚ, ਅਗਰ ਥੋੜਾ ਜਿਹਾ ਅਪਾਰਟ ਫਰਮ ਫੈਡਰਲ ਸਕਿੱਲ ਵਰਕਰ ਕੈਟਾਗਰੀ ਜਿਹੜੀ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਬਹੁਤ ਸਾਰੀਆਂ PNP ਆਪਸ਼ਨਸ ਵੀ ਹੈਗੀਆਂ ਨੇ ਜਿਹੜੇ ਆਊਟਸਾਈਡ ਕੈਨੇਡਾ ਲੋਕੀ ਹੈਗੇ ਨੇ ਐਕਸਪੀਰੀਅੰਸ ਦੇ ਨਾਲ। ਉਹਦੇ ਵਿੱਚ ਥੈਂਕਫੁਲੀ ਰਿਲੇਸ਼ਨਸ ਕਾਫੀ ਲੀਨੀਅੰਸੀ ਹੈਗੀ ਹੈ। ਫੋਰ ਐਗਜ਼ਾਮਪਲ ਅਗਰ ਤੁਸੀਂ ਸਸਕੈਚੁਅਨ 'ਚ ਹੈਗੇ ਹੋ, ਤੁਹਾਡੇ ਇਨ-ਲॉज ਦੇ ਵਿੱਚ ਵੀ ਕੋਈ ਸਸਕੈਚੁਅਨ 'ਚ ਰਹਿੰਦਾ ਹੈ, ਤੁਹਾਨੂੰ ਉਹਦੇ ਵੀ ਐਡੀਸ਼ਨਲ ਵੀ ਪੁਆਇੰਟਸ ਮਿਲ ਜਾਂਦੇ ਹੈ। ਤੁਹਾਡਾ ਕੋਈ ਡਿਸਟੈਂਸ ਰਿਲੇਟਿਵ ਰਹਿੰਦਾ ਹੈ, ਤੁਹਾਡੀ ਮਾਸੀ ਚਾਚਾ ਕੋਈ ਸਸਕੈਚੁਅਨ 'ਚ ਰਹਿੰਦਾ ਹੈ, ਤਾਂ ਤੁਹਾਨੂੰ ਐਡੀਸ਼ਨਲ 20 ਪੁਆਇੰਟਸ ਮਿਲਦੇ ਹੈ। ਐਲੀਜੀਬਿਲਿਟੀ ਨੂੰ ਸਾਨੂੰ 60 ਪੁਆਇੰਟਸ ਚਾਹੀਦੇ ਹੁੰਦੇ ਹੈ, ਤੇ ਤੁਹਾਡਾ ਅਗਰ ਕੋਈ ਰਿਲੇਟਿਵ ਸਸਕੈਚੁਅਨ ਪ੍ਰੋਵਿੰਸ 'ਚ ਹੈਗਾ ਤੁਹਾਨੂੰ ਉਹਦੇ ਥਰੂ 20 ਪੁਆਇੰਟਸ ਸਿੱਧਾ ਮਿਲ ਜਾਂਦੇ ਹੈ। ਤੇ ਬਾਕੀ ਤਾਂ ਆਪਾਂ 40-50 ਪੁਆਇੰਟ ਆਪਣੇ ਐਕਸਪੀਰੀਅੰਸ ਤੇ ਆਇਲਸ ਦੇ ਥਰੂ ਪੂਰੇ ਕਰ ਸਕਦੇ ਹਾਂ। ਇਹਦੀ ਸਸਕੈਚੁਅਨ ਦੀ ਗੱਲ। ਦੂਜੀ ਅਗਰ ਮੈਂ ਗੱਲ ਕਰਾਂ ਮੈਨੀਟੋਬਾ ਦੀ, ਮੈਨੀਟੋਬਾ ਦਾ ਪ੍ਰੋਵਿੰਸ ਤੁਹਾਨੂੰ ਤਾਂ ਹੀ ਫਾਈਲ ਨਾ ਦੇਗਾ PNP ਦੀ ਅਗਰ ਤੁਹਾਡਾ ਕੋਈ ਰਿਲੇਟਿਵ ਹੋਏਗਾ। ਹੁਣ ਮੈਨੀਟੋਬਾ ਇਜ਼ ਵੈਰੀ ਲੀਨੀਅੰਟ ਵੈਨ ਇਟ ਕਮਸ ਟੂ ਦੀ ਰਿਲੇਟਿਵ ਬਿਟ। ਉਹਨਾਂ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਲਿਖਦੇ ਆ ਕਲੋਜ਼ ਰਿਲੇਟਿਵ ਔਰ ਅੰਕਲ, ਆਂਟ, ਫਰੈਂਡ। ਈਵਨ ਅ ਫਰੈਂਡ ਕੈਨ ਗਿਵ ਯੂ ਐਡੀਸ਼ਨਲ ਪੁਆਇੰਟਸ ਫॉर ਮੈਨੀਟੋਬਾ। ਤਾਂ ਮੈਨੀਟੋਬਾ ਤੇ ਸਸਕੈਚੁਅਨ ਦੇ ਵਿੱਚ ਡੈਫੀਨੇਟਲੀ ਤੁਹਾਡਾ ਰਿਲੇਟਿਵ ਹੋਣਾ ਤੁਹਾਨੂੰ ਸਪੋਰਟ ਕਰਦਾ ਹੈ। ਤੁਹਾਡੀ ਐਪਲੀਕੇਸ਼ਨ ਦੇ ਵਿੱਚ ਤੁਹਾਨੂੰ ਪੁਆਇੰਟਸ ਐਡੀਸ਼ਨਲ ਮਿਲਣਗੇ। ਰਿਲੇਟਿਵ ਦੀ ਡੈਫੀਨੇਸ਼ਨ ਫॉर PNP ਇਜ਼ ਵੈਰੀ ਵਾਸਟ। ਤੁਸੀਂ ਡਾਇਰੈਕਟ ਮੇਰੇ ਨਾਲ ਵੀ ਇਨ ਟੱਚ ਹੋ ਸਕਦੇ ਹੋ। You can drop me a message on my WhatsApp number which is +1 647 997 2486। मैं ਕੈਨੇਡਾ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਦਾ ਆਫਿਸ ਮੈਨੇਜ ਕਰਦੀ ਹਾਂ ਤੇ ਇਹ ਮੇਰਾ ਕੈਨੇਡੀਅਨ ਨੰਬਰ ਹੈ। ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ on canada@landmarkimmigration.com and I can assist you better with your query। ਜੀ ਬਿਲਕੁਲ। ਤੇ ਬਹੁਤ ਵੱਡੀ ਗੱਲ ਤੁਸੀਂ ਜਸਪ੍ਰੀਤ ਜੀ ਇੱਥੇ ਕਹੀ ਕਿ ਸਸਕੈਚੁਅਨ ਔਰ ਮੈਨੀਟੋਬਾ ਇੱਦਾਂ ਦੇ ਪ੍ਰੋਵਿੰਸ ਹੈ ਜਿਹੜੇ ਕਿ ਬਹੁਤ ਲੀਨੀਅੰਟ ਹੈ ਕਿ ਕੋਈ ਤੁਹਾਡਾ ਡਿਸਟੈਂਟ ਫਰੈਂਡ ਵੀ ਅਗਰ ਉੱਥੇ ਰਹਿੰਦਾ ਉਹ ਵੀ ਤੁਹਾਨੂੰ ਰეკਮੈਂਡ ਕਰਦਾ, ਉਹਦੇ ਵੀ ਤੁਹਾਨੂੰ ਪੁਆਇੰਟਸ ਦਿੱਤੇ ਜਾਂਦੇ ਨੇ। ਤੇ ਮੈਨੂੰ ਲੱਗਦਾ ਇੱਥੇ ਜਿਹੜੇ ਲੋਕ ਸਾਡੇ ਬੈਠੇ ਹੋਏ ਨੇ ਇੰਡੀਅਨਸ, ਔਰ ਬਹੁਤ ਸਾਰਿਆਂ ਨੂੰ ਕਨਫਿਊਜ਼ਨ ਰਹਿੰਦੀ ਕਿ ਅਸੀਂ ਕਿਸੇ ਵੱਡੀ ਪ੍ਰੋਵਿੰਸ 'ਚ ਜਾਣਾ ਹੈ ਜਾਂ ਕਿਸੇ ਮਤਲਬ ਨੋਨ ਪ੍ਰੋਵਿੰਸ 'ਚ ਜਾਣਾ, ਤਾਂ ਸਸਕੈਚੁਅਨ ਔਰ ਮੈਨੀਟੋਬਾ ਬਹੁਤ ਅੱਛੇ ਆਪਸ਼ਨਸ ਹੋ ਸਕਦੇ ਨੇ। ਅਗਰ ਤੁਹਾਡੇ ਥੋੜੇ ਵੀ ਮਾਰਕਸ ਜਾਂ ਨੰਬਰ ਜਿਹੜਾ ਸਕੋਰ ਹੈ ਤੁਹਾਡਾ ਘੱਟ ਰਿਹਾ ਤਾਂ ਇਹ ਦੋ ਪ੍ਰੋਵਿੰਸ ਤੁਹਾਡੇ ਲਈ ਬਹੁਤ ਜ਼ਿਆਦਾ ਬੂਨ ਸਾਬਿਤ ਹੋ ਸਕਦੇ ਨੇ ਕਿ ਤੁਹਾਡਾ ਕੋਈ ਫਰੈਂਡ ਅਗਰ ਤੁਹਾਨੂੰ ਰეკਮੈਂਡ ਕਰਦਾ ਹੈ ਤਾਂ ਡੈਫੀਨੇਟਲੀ ਤੁਸੀਂ ਇੱਥੋਂ ਮੂਵ ਕਰ ਸਕਦੇ ਹੋ। ਤੁਸੀਂ ਇੱਕ ਗੱਲ ਹੋਰ ਕਹੀ ਸੀ ਜਸਪ੍ਰੀਤ ਜੀ ਕਿ ਅਗਰ ਤੁਸੀਂ ਬਿਲੋ 30 ਹੋ ਜਾਂ ਅਨਮੈਰਿਡ ਹੋ ਤਾਂ ਬਹੁਤ ਵੱਡੀ ਪਲੱਸ ਪੁਆਇੰਟ ਹੈ ਤੁਹਾਡੇ ਵਾਸਤੇ, ਥੋੜਾ ਬਹੁਤ ਈਜ਼ੀਲੀ PR ਲੱਗ
ਸਕਦਾ ਹੈ। ਲੇਕਿਨ ਜਿਹੜੇ ਲੋਕ 30 ਕ੍ਰੋਸ ਕਰ ਚੁੱਕੇ ਨੇ ਜਾਂ ਫੈਮਿਲੀ ਪੀਪਲ ਨੇ ਜਾਂ ਮੈਰਿਡ ਨੇ ਜਿਨ੍ਹਾਂ ਦੀ ਰੀਸੈਂਟਲੀ ਮੈਰਿਜ ਹੋਈ ਆ, ਉਹਨਾਂ ਦੇ ਲਈ ਕੀ ਕੰਪਲਿਕੇਸ਼ਨਸ ਔਰ ਉਹਨਾਂ ਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ ਹੈ? ਬਿਲਕੁਲ, ਦੇਖੋ ਅਗਰ ਤੁਸੀਂ ਮੈਰਿਡ ਹੋ ਜਾਂਦੇ ਹੋ, ਤੁਸੀਂ ਮੈਂਸ਼ਨ ਕਰ ਦਿਓ ਦੇयर इज ਅ ਕੁਐਸਚਨ ਇਨ ਦੀ ਫਾਰਮ ਜਿਹੜਾ ਅਸੀਂ ਜਦੋਂ ਭਰਦੇ ਹਾਂ ਤਾਂ ਜਿਹੜਾ ਸਾਡਾ ਸਕੋਰ ਕੈਲਕੂਲੇਟ ਹੁੰਦਾ ਹੈ, ਦ ਮੂਮੈਂਟ ਯੂ ਸੇ ਯੂ ਆਰ ਮੈਰਿਡ ਐਂਡ ਯੋਰ ਸਪਾਊਸ ਵਿਲ ਬੀ ਅਕੰਪਨਿੰਗ ਵਿਦ ਯੂ, ਤੁਹਾਡਾ ਜਿਹੜੇ ਪੁਆਇੰਟਸ ਹੈਗੇ ਆ ਉਹ 20 ਤੋਂ 40, ਆਈ ਐਮ ਗਿਵਿੰਗ ਅ ਬ੍ਰੌਡ ਫਿਗਰ, 20 ਤੋਂ 40 ਪੁਆਇੰਟਸ ਜਿਹੜੇ ਹੈਗੇ ਆ ਉਹ ਤੁਹਾਡੇ ਗਿਰ ਜਾਂਦੇ ਹੈ ਔਨ ਯੋਰ CRS ਸਕੋਰ, ਜੋ ਕਿ ਕੰਪਰੀਹੈਂਸਿਵ ਰੈਂਕਿੰਗ ਸਕੋਰ ਹੈਗਾ। ਤੇ ਥੋੜਾ ਜਿਹਾ ਡਿਸਐਡਵਾਂਟੇਜ ਉੱਥੇ ਆ ਜਾਂਦਾ ਹੈ, ਬਟ ਉਹ ਡਿਸਐਡਵਾਂਟੇਜ ਕਿਵੇਂ ਐਡਵਾਂਟੇਜਸ ਹੋ ਸਕਦਾ ਹੈ, ਅਗਰ ਫॉर ਐਗਜ਼ਾਮਪਲ ਤੁਹਾਡਾ ਜਿਹੜਾ ਸਪਾਊਸ ਹੈ ਉਹਨੇ ਵੀ ਮਾਸਟਰਸ ਡਿਗਰੀ ਕੀਤੀ ਹੈ, ਉਹ ਵੈਸ ਇਵੈਲੂਏਟ ਕਰਾ ਲੈਣ ਉਹਨੂੰ ਤੇ ਉਹ ਕੰਸੀਡਰ ਹੋ ਜਾਏ ਮਾਸਟਰ। ਸੈਕੰਡਲੀ ਅਗਰ ਉਹ ਵੀ ਆਇਲਸ ਤੁਹਾਡੇ ਨਾਲ ਦੇ ਦੇਣ ਤੇ ਉਹਨਾਂ ਦਾ ਆਇਲਸ ਦਾ ਸਕੋਰ ਵੀ 8777 ਆ ਜਾਏ ਤਾਂ ਉਹ ਜਿਹੜਾ ਫਰਕ ਹੈਗਾ ਪੁਆਇੰਟਸ ਲੂਜ਼ ਕਰਨ ਦਾ ਉਹ ਕਵਰ ਅਪ ਹੋ ਜਾਂਦਾ ਹੈ। ਸੋ ਡੈਫੀਨਿਟਲੀ ਥੋੜੇ ਥੋੜੇ ਇੱਕ ਇੱਕ ਦੋ ਦੋ ਪੁਆਇੰਟਸ ਬੱਚੇ ਲੋਕੀ ਸਾਲ ਬੈਠ ਜਾਂਦੇ ਆ ਆਪਣੀ ਫਾਈਲਾਂ ਦੇ ਉੱਤੇ, ਉਹਨਾਂ ਨੂੰ ITA ਨਹੀਂ ਆਉਂਦੀ। ਬਟ ਐਜ਼ ਆਈ ਸੈਡ PNP ਦੇ ਆਪਣੇ ਕੋਲ ਬਹੁਤ ਆਪਸ਼ਨਸ ਹੈਗੇ ਆ। ਲੋਕੀ ਸਿਰਫ ਐਕਸਪ੍ਰੈਸ ਐਂਟਰੀ ਦੀ ਸਕੋਰ ਦੇਖ ਕੇ ਕਹਿੰਦੇ ਆ ਹੁਣ ਤਾਂ ਸਾਡਾ PR ਦਾ ਆਪਸ਼ਨ ਡੋਰ ਕਲੋਜ਼ ਹੋ ਗਏ, ਸਾਡੀ ਡ੍ਰੀਮ ਫੁਲਫਿਲ ਨਹੀਂ ਹੋਣੀ। ਇੱਦਾਂ ਬਿਲਕੁਲ ਨਹੀਂ ਹੈ। ਤੁਸੀਂ ਆਪਣੀ PNP ਦੀ ਸਕੋਰਿੰਗ ਵੀ ਸਾਡੇ ਤੋਂ ਚੈੱਕ ਕਰਾ ਸਕਦੇ ਹੋ ਔਨ ਆਰ ਗਿਵਨ ਨੰਬਰਸ, ਐਂਡ ਆਲਸੋ ਤੁਸੀਂ ਮੇਰੇ ਨਾਲ ਡਾਇਰੈਕਟ ਇਨ ਟੱਚ ਹੋ ਸਕਦੇ ਹੋ। ਆਈ ਕੈਨ ਅਸਿਸਟ ਯੂ ਵਿਦ ਯੋਰ ਐਲੀਜੀਬਿਲਿਟੀ। ਆਲਸੋ ਜਿਵੇਂ ਕਿ ਤੁਸੀਂ ਸਕੋਰਸ ਨੂੰ ਲੈ ਕੇ ਐਜ਼ ਆਈ ਸੈਡ ਕਿ ਬਹੁਤ ਜ਼ਿਆਦਾ ਕ੍ਰਿਟੀਕੈਲਿਟੀ ਆ ਜਾਂਦੀ ਹੈ ਕਿ ਕੋਈ 468 ਤੇ ਰੁਕਿਆ ਹੋਇਆ ਹੈ, ਕੋਈ 465 ਤੇ ਵੇਟ ਕਰ ਰਿਹਾ ITA ਆਉਣ ਦੀ। ਦੇयर ਇਜ਼ ਆਲਸੋ ਅਨਦਰ ਆਪਸ਼ਨ ਦੈਟ ਯੂ ਕੈਨ ਲੁੱਕ ਫਾਰਵਰਡ ਟੂ। ਫॉर ਐਗਜ਼ਾਮਪਲ ਤੁਸੀਂ ਬੈਚਲਰਸ ਕੀਤੀ ਹੋਈ ਹੈ, ਤੁਸੀਂ ਨਿਊਲੀ ਮੈਰਿਡ ਹੋ, 31 32 ਤੁਹਾਡੀ ਏਜ ਹੈਗੀ ਹੈ, ਆਈ ਡੋਂਟ ਸੀ ਕਿ ਤੁਹਾਨੂੰ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਜਾਂ ਸਟੱਡੀ ਪਰਮਿਟ ਦੀ ਓਪਰਚੁਨਿਟੀ ਕਿਉਂ ਨਹੀਂ ਦੇਖਣੀ ਚਾਹੀਦੀ। ਯੂ ਸ਼ੁੱਡ ਡੈਫੀਨਿਟਲੀ ਐਕਸਪਲੋਰ ਦੀ ਆਪਸ਼ਨ ਆਫ ਅਪਲਾਈਂਗ ਫॉर ਸਟੱਡੀ ਪਰਮਿਟ ਇਨ ਕੈਨੇਡਾ। ਅਗਰ ਤੁਸੀਂ 35 ਵੀ ਹੋ ਗਏ ਹੋ ਤਾਂ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਹੁਣ ਸਾਡਾ ਸਕੋਰ ਅਰਾਊਂਡ 440 435 ਬਣ ਰਿਹਾ ਤੇ ਕੋਈ ਆਪਸ਼ਨ ਦਿਖ ਨਹੀਂ ਰਿਹਾ ਹੈ, ਤੁਹਾਨੂੰ ਡਿਸਹਾਰਟਨ ਹੋਣ ਦੀ ਕੋਈ ਲੋੜ ਨਹੀਂ ਹੈਗੀ। ਤੁਸੀਂ ਆਪਣਾ ਸਟੱਡੀ ਪਰਮਿਟ ਐਪਲੀਕੇਸ਼ਨ ਲਗਾ ਸਕਦੇ ਹੋ। ਬੈਚਲਰਸ ਡਿਗਰੀ ਕੀਤੀ ਹੈ, 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਜਾ ਕੇ ਕਰੋ, ਉਹਦੇ ਤੁਹਾਨੂੰ ਐਡੀਸ਼ਨਲ 15 ਪੁਆਇੰਟਸ ਮਿਲਣਗੇ ਜੋ ਤੁਸੀਂ ਕੈਨੇਡਾ ਜਾਓਗੇ। 2 ਸਾਲ ਦੀ ਪੜ੍ਹਾਈ ਦੇ ਨਾਲ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਉਸ 3 ਸਾਲ ਦੇ ਵਿੱਚ ਤੁਸੀਂ 1 ਸਾਲ ਦਾ ਆਪਣਾ ਕੈਨੇਡੀਅਨ ਵਰਕ ਐਕਸਪੀਰੀਅੰਸ ਗੇਨ ਕਰੋਗੇ। ਉਹ 1 ਸਾਲ ਦਾ ਐਕਸਪੀਰੀਅੰਸ ਲਗਾਉਂਦੇ ਹੀ ਤੁਹਾਡੇ ਪੁਆਇੰਟਸ ਜਿਹੜੇ ਹੈ ਉਹ ਸ਼ੂਟ ਹੋ ਜਾਣਗੇ ਬਾਈ 40 to 50 ਪੁਆਇੰਟਸ depending on the number of years of experience you have। ਤੇ ਤੁਹਾਡੀ ਆਪਸ਼ਨ ਜਿਹੜੀ PR ਦੀ ਹੈਗੀ ਹੈ ਉਹ ਅਗਲੇ 3 ਸਾਲ ਦੇ ਵਿੱਚ ਓਪਨ ਹੋ ਜਾਏਗੀ। ਯੂ ਵਿਲ ਬੀ ਅ ਪਰਮਨੈਂਟ ਰੈਜ਼ੀਡੈਂਸ ਇਨ ਨੈਕਸਟ 5 years for sure once you're in Canada। ਤਾਂ ਪਲੀਜ਼ ਆਪਣੀਆਂ ਇਹ ਆਪਸ਼ਨਸ ਵੀ ਐਕਸਪਲੋਰ ਕਰੋ। there is no harm ਕਿ ਤੁਸੀਂ ਕੈਨੇਡਾ ਜਾ ਕੇ ਆਪਣੀ ਫਰਦਰ ਪੜ੍ਹਾਈ ਪਰਸਿਊ ਕਰੋ, ਐਂਡ there is no shame ਕਿ ਤੁਸੀਂ ਹੁਣ 35 ਹੋ 34 ਹੋ ਤੇ ਤੁਸੀਂ ਬਾਹਰ ਪੜ੍ਹਾਈ ਕਰਨ ਜਾ ਰਹੇ ਹੋ। ਆਪਾਂ ਵੈਸੇ ਹੀ ਇੰਡੀਆ ਬੈਠੇ ਹਾਂ, ਆਪਾਂ ਕੈਨੇਡਾ ਪਹੁੰਚ ਨਹੀਂ ਸਕਦੇ ਥਰੂ ਥਿੰਕਿੰਗ ਕਿ ਸਾਡਾ ਸਕੋਰ ਨਹੀਂ ਬੈਠ ਰਿਹਾ। ਤਾਂ ਇਟ ਇਜ਼ ਬੈਟਰ ਤੁਸੀਂ ਉਹੀ ਆਪਣੀ ਇਨਵੈਸਟਮੈਂਟ ਪੜ੍ਹਾਈ ਦੀ ਕਰੋ ਕੈਨੇਡਾ ਜਾ ਕੇ, ਐਂਡ ਪੜ੍ਹਾਈ ਕਰਕੇ ਫਿਰ ਤੁਸੀਂ ਉੱਥੇ ਐਕਸਪੀਰੀਅੰਸ ਲਓ, ਐਂਡ ਫਿਰ ਤੁਸੀਂ ਆਪਣੀ PR ਡੈਫੀਨੇਟਲੀ ਉੱਥੇ ਜਾ ਕੇ ਲੈ ਸਕਦੇ ਹੋ। ਇੱਕ ਜਸਪ੍ਰੀਤ ਜੀ ਮੈਂ ਹੋਰ ਕੁਐਸਚਨ ਕਰਨਾ ਚਾਹੂੰਗੀ। ਤੁਸੀਂ ਇੱਥੇ ਗੱਲ ਕੀਤੀ ਸਪੈਸੀਫਿਕਲੀ 34 ਜਾਂ 35 ਤੱਕ ਹੋਗੀ। ਜੇ 35 ਪਲੱਸ ਹੋ ਗਏ ਔਰ ਪਿਛਲਾ ਪ੍ਰੋਫਾਈਲ ਤੁਹਾਡਾ ਬਹੁਤ ਅੱਛਾ ਹੈ, ਬਹੁਤ ਹੀ ਅੱਛੀ ਤੁਹਾਡੀ 11-12 ਸਾਲ ਦੀ ਜਾਂ 15 ਸਾਲ ਦੀ ਤੁਹਾਡੀ ਵਰਕ ਪ੍ਰੋਫਾਈਲ ਹੈ, ਅੱਛਾ ਐਕਸਪੀਰੀਅੰਸ ਹੈ, ਤੇ 35 ਅਬਵ ਹੋਣ ਤੋਂ ਬਾਅਦ ਵੀ ਤੁਸੀਂ ਅਪਲਾਈ ਕਰ ਸਕਦੇ ਹੋ? PR ਲਈ ਡੈਫੀਨਿਟਲੀ ਯੈਸ, ਤੁਸੀਂ ਅਪਲਾਈ ਕਰ ਸਕਦੇ ਹੋ। ਐਜ਼ ਆਈ ਸੈਡ ਤੁਹਾਡੇ ਸਕੋਰਸ ਹੈ ਅਨਫੋਰਚੂਨੇਟਲੀ ਆਫਟਰ 30, ਜਦੋਂ ਤੁਹਾਡੀ 30 ਸਾਲ ਦੀ ਉਮਰ ਹੋ ਜਾਂਦੀ ਹੈ, 30 ਸਾਲ ਤੋਂ ਬਾਅਦ ਤੁਸੀਂ 31 ਦੇ ਹੋਏ ਤੁਸੀਂ 5 ਪੁਆਇੰਟ ਲੂਜ਼ ਕਰ ਜਾਓਗੇ CRS 'ਚ, ਤੁਸੀਂ 32 ਦੇ ਹੋਏ ਤੁਸੀਂ ਹੋਰ 5 ਪੁਆਇੰਟ ਲੂਜ਼ ਕਰ ਜਾਓਗੇ। ਸੋ ਬਾਈ ਦ ਟਾਈਮ ਯੂ ਰੀਚ 35 36 ਤੁਹਾਡਾ ਜਿਹੜਾ ਸਕੋਰ ਹੈ ਉਹ ਘਟੀ ਜਾਏਗਾ। ਐਲੀਜੀਬਿਲਿਟੀ 'ਚ ਕੋਈ ਪ੍ਰੋਬਲਮ ਨਹੀਂ ਆਏਗੀ, ਯੂ ਵਿਲ ਸਟਿਲ ਸਟੇ ਐਲੀਜੀਬਲ ਟੂ ਅਪਲਾਈ ਫॉर PR, ਬਟ ਜਿਹੜਾ ਤੁਹਾਡਾ ਕੰਪਰੀਹੈਂਸਿਵ ਰੈਂਕਿੰਗ ਸਕੋਰ ਹੈਗਾ ਹੈ ਉਹ ਗਿਰਦਾ ਜਾਏਗਾ ਜਿਵੇਂ ਜਿਵੇਂ ਵਿਦ ਐਵਰੀ ਬਰਥਡੇ ਤੁਹਾਡਾ ਸਕੋਰ ਕੀ ਕਹਿੰਦੇ ਆ 5 ਪੁਆਇੰਟ ਗਿਰਦਾ ਜਾਏਗਾ ਵਨਸ ਯੂ ਟੱਚ 30। ਇੱਕ ਵਾਰੀ 30 ਤੋਂ ਬਾਅਦ ਤੁਸੀਂ ਪਹੁੰਚ ਜਾਂਦੇ ਹੋ। ਐਲੀਜੀਬਿਲਿਟੀ 'ਚ ਐਜ਼ ਆਈ ਸੈਡ ਕੋਈ ਵੀ ਪ੍ਰੋਬਲਮ ਨਹੀਂ ਆਏਗੀ, ਈਵਨ ਇਫ ਯੂ ਆਰ 35 ਔਰ ਇਵਨ ਇਫ ਯੂ ਆਰ 38। ਤੇ ਅਗੇਨ ਤੁਹਾਨੂੰ ਕੋਈ ਕਨਫਿਊਜ਼ਨ ਹੈ ਜਾਂ ਕੋਈ ਵੀ ਕੁਐਰੀ ਤੁਹਾਡੀ ਹੈਗੀ ਹੈ ਰਿਗਾਰਡਿੰਗ PR, ਤੁਸੀਂ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਤੁਹਾਡੇ TV ਸਕਰੀਨ ਤੇ ਦਿੱਤੇ ਗਏ ਨੇ, ਔਰ ਤੁਸੀਂ ਈਮੇਲ ਵੀ ਕਰ ਸਕਦੇ ਹੋ info@landmarkimmigration.com ਦੇ ਉੱਪਰ। ਔਰ ਜਸਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਥੈਂਕਸ, ਤੁਸੀਂ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਔਰ ਇੰਨੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ ਯੂ ਸੋ ਮਚ।